ਸਤਿ ਸ਼੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੈਸਿੰਗ ਆਡੀਓ ਟੀਮ ਦੇ ਵੱਲੋਂ ਆ। ਅੱਜ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪੱਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਸਮਰਥ ਮਾਰਗ ਯਾਨੀ ਸੱਚਾ ਮਾਰਗ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਆਤਮਾ ਦੀ ਉન્નਤੀ ਵਿੱਚ ਤੇ ਸਾਂਸ ਲੈਣ ਦੀ ਵੀ ਫੁਰਸਤ ਨਹੀਂ ਹੁੰਦੀ। ਮਿਹਨਤ ਹੁੰਦੀ ਹੈ ਪਰ ਫਿਰ ਵੀ ਹੱਸਦੇ ਹੱਸਦੇ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਉਹਦੇ ਵਿੱਚ ਜੋ ਆਨੰਦ ਲੱਭਦਾ ਹੈ ਸਾਰੇ ਆਲਸ ਨੂੰ ਹੀ ਖਤਮ ਕਰ ਦਿੰਦਾ ਹੈ। ਪਰੰਤੂ ਸਵਰਗ ਲੋਕ ਵਿੱਚ ਆਲਸ ਵੱਧ ਕੇ ਤਰੱਕੀ ਦੇ ਉਦੇਸ਼ ਵਿੱਚ ਰੋੜਾ ਬਣ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਆਪਣਾ ਪੁੰਨ ਕਾਲ ਪੂਰਾ ਹੋਣ ਤੱਕ ਕੁਝ ਔਰ ਸਿੱਖਣ ਦੀ ਜਾਂ ਮਿਹਨਤ ਕਰਨ ਦੀ ਇੱਛਾ ਹੀ ਨਹੀਂ ਹੁੰਦੀ। ਪਰ ਆਤਮਾ ਨੂੰ ਉੱਥੇ ਇਹ ਗੌਰ ਕਰਨਾ ਚਾਹੀਦਾ ਹੈ ਕਿ ਉੱਥੇ ਜੋ ਕੁਝ ਵੀ ਲੱਭ ਰਿਹਾ ਹੈ ਉਹ ਕਿਸ ਤਰ੍ਹਾਂ ਸਾਡੀ ਤਰੱਕੀ ਵਿੱਚ ਮਦਦਗਾਰ ਹੋ ਸਕਦਾ ਹੈ। ਇਸ ਤਰ੍ਹਾਂ ਉਸ ਲੋਕ ਨੂੰ ਤੇ ਆਸਾਨੀ ਨਾਲ ਪਾਰ ਕਰਾਂਗੇ, ਨਾਲੇ ਨਵੇਂ ਗੁਣ ਵੀ ਇਕੱਠੇ ਹੋਣਗੇ। ਉਹ ਸੱਚਮੁੱਚ ਹੀ ਅਦਭੁਤ ਲੋਕ ਹੈ, ਸੁਖ ਸ਼ਾਂਤੀ ਪ੍ਰੇਮ ਵਾਤਸਲਿਆ ਤੋਂ ਭਰਪੂਰ ਹੈ, ਪਰ ਫਾਈਨਲ ਡੈਸਟੀਨੇਸ਼ਨ ਨਹੀਂ ਹੈ। ਉੱਥੇ ਜ਼ਿਆਦਾ ਰਹਿਣ ਦੀ ਵੀ ਇੱਛਾ ਹੋਵੇਗੀ, ਉੱਥੋਂ ਆਉਣਾ ਵੀ ਨਹੀਂ ਚਾਹੋਗੇ। ਇੱਛਾਵਾਂ ਨੂੰ ਪੂਰਾ ਕਰਨਾ, ਸੁੱਖਾਂ ਦਾ ਅਨੁਭਵ ਕਰਨਾ, ਚੰਗਾ ਮਾੜਾ ਮਹਾਨ ਕੁਝ ਵੀ ਹੋ ਸਕਦਾ ਹੈ। ਉਹ ਸਾਡੀ ਆਤਮਾ ਨੂੰ ਫਿਰ ਤੋਂ ਨਿਮਨ ਲੋਕਾਂ ਵਿੱਚ ਕਰਮ ਕਰਵਾਉਣ ਦਾ ਕਾਰਨ ਬਣਦਾ ਹੈ। ਇਸ ਲਈ ਇਸ ਵਿਗਿਆਨ ਨੂੰ ਆਪਣੇ ਮਨ ਵਿੱਚ ਕੰਪਿਊਟਰ ਚਿਪ ਦੀ ਤਰ੍ਹਾਂ ਛਪਾ ਕਰ ਸੰਭਾਲ ਕਰ ਹੀ ਉਹ ਲੋਕ ਸੋਨਾ ਤੇ ਅਤੁਲਨੀय ਲੱਗਦਾ ਹੈ। ਪਰ ਇਹ ਸਾਡਾ ਫਾਈਨਲ ਡੈਸਟੀਨੇਸ਼ਨ ਨਹੀਂ ਹੈ। ਇਹ ਸਭ ਯਾਦ ਰੱਖਦੇ ਹੋਏ ਹੀ ਉਸ ਲੋਕ ਵਿੱਚ ਆਪਣਾ ਸਮੇਂ ਪੂਰਾ ਕਰਨਾ ਚਾਹੀਦਾ ਹੈ। ਇਸ ਵਿਗਿਆਨ ਤੋਂ ਪਰੀ ਇਹ ਚਿਪ ਸਾਨੂੰ ਮੋਟੀਵੇਟ ਕਰਦੀ ਰਹੇਗੀ। ਜਿਹੜੀ ਆਤਮਾ ਸੁੱਖਾਂ ਵਿੱਚ ਡੁੱਬ ਕੇ ਉਸੇ ਲੋਕ ਵਿੱਚ ਰਹਿਣ ਦੀ ਇੱਛਾ ਰੱਖਣ ਵਾਲੀ ਹੈ, ਉਹ ਥੋੜ੍ਹੇ ਜਿਹੇ ਗਿਆਨ ਨਾਲ ਹੀ ਪ੍ਰਿਥਵੀ ਲੋਕ ਵਿੱਚ ਆਉਣ ਦੇ ਬਾਅਦ ਸਵਰਗ ਦੇ ਬਾਰੇ ਵਿੱਚ ਉਸ ਦੇ ਬਾਰੇ ਵਿੱਚ ਸਿਖਾਉਣਾ ਸ਼ੁਰੂ ਕਰ ਦਿੰਦੀ ਹੈ। ਉਹ ਸਵਰਗ ਲੋਕ ਦੇ ਪ੍ਰਤੀ ਵਿਸ਼ਵਾਸ ਰੱਖ ਕੇ ਉਹਨੂੰ ਹੀ ਫਾਈਨਲ ਟਰੁੱਥ ਸਮਝਣ ਲੱਗਦੀ ਹੈ। ਹਮੇਸ਼ਾ ਥੋੜ੍ਹੀ ਜਿਹੀ ਅੱਛਾਈ ਸੁੱਖ ਆਨੰਦ ਚਾਹੁਣ ਵਾਲਾ ਜਨ ਸਮੂਹ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਮਹੱਤਵ ਦੇ ਕੇ ਉਸ ਲੋਕ ਵਿੱਚ ਪਹੁੰਚਣ ਲਈ ਪਰਿਸ਼ਰਮ ਕਰਦੇ ਨੇ। ਇਸ ਲਈ ਫਾਈਨਲ ਟਰੁੱਥ ਨੂੰ ਜਾਣਨ ਵਾਲੀ ਆਤਮਾ ਨੂੰ ਹਮੇਸ਼ਾ ਸਵਰਗ ਨਰਕ ਦੇ ਅਸਲੀ ਗਿਆਨ ਨੂੰ ਸਦਾ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਨਿਊ ਏਜ ਰਿਲੀਜਨ ਦੇ ਮਾਸਟਰਸ ਬਹੁਤ ਗਿਆਨੀ ਹਨ। ਉਹਨਾਂ ਦੇ ਕਹੇ ਹੋਏ ਇੱਕ ਸੈਂਟੈਂਸ ਦੇ ਅਰਥ ਵਿੱਚ ਇੰਨਾ ਗਿਆਨ ਛਿਪਾ ਹੁੰਦਾ ਹੈ ਕਿ ਅੱਗੇ ਪ੍ਰਸ਼ਨ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ। ਉਹ ਗਿਆਨ ਅਨੁਸਰਨ ਕਰਨ ਜੋਗਾ ਹੁੰਦਾ ਹੈ, ਸੱਚਾਈ ਨੂੰ ਅਵਗਤ ਕਰਾਉਣ ਵਾਲਾ ਹੁੰਦਾ ਹੈ। ਵੀ ਕ੍ਰੀਏਟ ਆਵਰ ਰਿਐਲਿਟੀ ਯਾਨੀ ਸਾਡੀ ਵਾਸਤਵਿਕਤਾ ਦਾ ਸਿਰਜਣ ਅਸੀਂ ਹੀ ਕਰਦੇ ਹਾਂ। ਜਦ ਤੱਕ ਕੋਈ ਅੱਛਾਈ ਲੱਭਣਾ ਹੀ ਨਹੀਂ ਜਾਂ ਜਾਣਨਾ ਹੀ ਨਹੀਂ ਚਾਹੇਗਾ, ਅਸੀਂ ਉਹਨੂੰ ਉਸ ਅਗਿਆਨ ਤੋਂ ਉਸ ਦੀ ਇੱਛਾ ਦੇ ਵਿਰੁੱਧ ਬਾਹਰ ਨਹੀਂ ਕੱਢ ਸਕਦੇ ਹਾਂ। ਅਸੀਂ ਕੇਵਲ ਉਹਦਾ ਮਾਰਗਦਰਸ਼ਨ ਕਰਕੇ, ਉਹਦੇ ਡਾਊਟ ਕਲੀਅਰ ਕਰਕੇ, ਉਹਨੂੰ ਖੁਦ ਹੀ ਕੋਸ਼ਿਸ਼ ਕਰਕੇ ਆਪਣਾ ਰਸਤਾ ਬਣਾਉਣ ਨੂੰ ਕਹਿ ਸਕਦੇ ਹਾਂ। ਸਾਡੀ ਸਾਰੀ ਕੋਸ਼ਿਸ਼ ਵੀ ਉਸ ਇਨਸਾਨ ਦੀ ਮਰਜ਼ੀ ਦੇ ਬਿਨਾਂ ਉਹਦੇ ਅਗਿਆਨ ਨੂੰ ਦੂਰ ਨਹੀਂ ਕਰ ਸਕਦੀ। ਜਦ ਤੱਕ ਅਸੀਂ ਕਰਮ ਚੱਕਰ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਲੈਂਦੇ ਹਾਂ, ਤਦ ਤੱਕ ਕੋਈ ਵੀ ਉਹਦੇ ਰਿਜ਼ਲਟ ਤੋਂ ਬਾਹਰ ਨਹੀਂ ਆ ਸਕਦਾ। ਇਸ ਲਈ ਦੂਜਿਆਂ ਨੂੰ ਆਧਿਆਤਮਿਕ ਮਾਰਗਦਰਸ਼ਨ ਕਰਾਉਣ ਲਈ ਅਸੀਂ ਜਿਨ ਵਿਸ਼ਿਆਂ ਨੂੰ ਸਮਝਿਆ ਹੈ ਉਹਨੂੰ ਪ੍ਰਮਾਣ ਸਹਿਤ ਤੇ ਸਾਰੀ ਘਟਨਾਵਾਂ ਦੀ ਸਪਸ਼ਟਤਾਪੂਰਨ ਜਾਣਕਾਰੀ ਹੋਵੇ ਤਾਂ ਹੀ ਦੱਸਣਾ ਚਾਹੀਦਾ ਹੈ। ਅਸੀਂ ਜਿਸ ਕਿਤਾਬ ਤੋਂ ਗਿਆਨ ਪ੍ਰਾਪਤ ਕੀਤਾ ਹੈ ਉਹਦਾ ਨਾਮ ਅਨੁਭਵ ਤੇ ਵਿਵਰਣ ਦੱਸਣੇ ਜ਼ਰੂਰੀ ਹਨ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਗਲਤ ਸਮਝ ਤੋਂ ਦੂਰ ਕਰ ਸਕਦੇ ਹਾਂ। ਸੁਣਨ ਵਾਲਿਆਂ ਦੇ ਉੱਤੇ ਸਾਡੀ ਗੱਲਾਂ ਦਾ ਅਸਰ ਹੁੰਦਾ ਹੈ, ਪਰ ਸੁਣਨ ਵਾਲੇ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਦੱਸਣ ਵਾਲਾ ਮਨੁੱਖ ਗਿਆਨੀ ਤੇ ਸ਼ਾਂਤ ਹੋਵੇ ਤੇ ਆਪਣੇ ਤਜਰਬੇ ਦੀ ਹੀ ਜਾਣਕਾਰੀ ਦੇਵੇ। ਇਸ ਤਰ੍ਹਾਂ ਕੋਈ ਡਾਊਟ ਨਹੀਂ ਹੋਵੇਗਾ। ਜੇ ਅਸੀਂ ਇਹ ਸਭ ਕੁਝ ਸਮਝ ਗਏ
ਤਾਂ ਹੀ ਅਸੀਂ ਸੱਚੇ ਕਰਮ ਦੇ ਬੰਧਨ ਤੋਂ ਦੂਰ ਰਹਿ ਸਕਦੇ ਹਾਂ। ਝੂਠ ਦਾ ਪ੍ਰਚਾਰ ਕਰਨਾ, ਜਾਣਕਾਰੀ ਦੇਣੀ, ਖੁਦ ਅਵੇਅਰ ਨਾ ਰਹਿ ਕੇ ਦੂਜਿਆਂ ਦਾ ਮਾਰਗਦਰਸ਼ਨ ਕਰਨ ਦੇ ਕਾਰਨ ਅਸੀਂ ਸੱਚੇ ਕਰਮ ਦੇ ਅਧੀਨ ਹੋ ਕੇ ਹੀ ਪ੍ਰਜਾ ਨੂੰ ਅੰਧੇਰੇ ਵਿੱਚ ਰੱਖਦੇ ਹਾਂ। ਜਦ ਤੱਕ ਅਸੀਂ ਆਪਣੀ ਗਲਤੀਆਂ ਨੂੰ ਪਹਿਚਾਨ ਕਰ ਉਹਨੂੰ ਸੁਧਾਰਦੇ ਨਹੀਂ ਹਾਂ, ਤਦ ਤੱਕ ਅਸੀਂ ਪ੍ਰਿਥਵੀ ਪਰ ਜਨਮ ਲੈਂਦੇ ਰਹਿੰਦੇ ਹਾਂ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ। ਸ਼ੁਕਰੀਆ, ਧੰਨਵਾਦ।